ਕਿਸ਼ਤ 211ਵੀਂ। ਉਹਨਾਂ ਦਿਨਾਂ ਵਿੱਚ ਹੀ ਆਪਣੀ 181 ਨੰਬਰ 'ਤੇ ਕੀਤੀ ਹੋਈ ਬੱਸ ਵਾਲੀ ਸ਼ਿਕਾਇਤ ਦਾ ਉੱਤਰ ਪਤਾ ਲੈਣ ਲਈ ਮੈਂ ਇਸੇ ਨੰਬਰ 'ਤੇ ਦੁਬਾਰਾ ਫੋਨ ਮਿਲਾ ਲਿਆ। ਮੈਂ ਓਪਰੇਟਰ ਨੂੰ ਆਪਣੀ ਸ਼ਿਕਾਇਤ ਦਾ ਨੰਬਰ ਦੱਸਿਆ ਤਾਂ ਉਸਨੇ ਆਖਿਆ ਕਿ ਅਜੇ ਤੱਕ SSP ਦਫ਼ਤਰ ਤੋਂ ਕੋਈ ਵੀ ਰਿਪੋਰਟ ਨਹੀਂ ਪਹੁੰਚੀ ਹੈ। ਮੈਂ ਗੁੱਸੇ ਨਾਲ ਆਖਿਆ ਕਿ ਜਦ 15 ਦਿਨ ਤੋਂ ਵੱਧ ਦਾ ਸਮਾਂ ਲੰਘ ਚੁੱਕਾ ਹੈ ਤਾਂ ਨਿਯਮਾਂ ਮੁਤਾਬਕ ਰਿਪੋਰਟ ਭੇਜਣੀ ਬਣਦੀ ਸੀ। ਤਾਂ ਉਹ ਆਖਣ ਲੱਗਾ, ਸਰ ਇਹ ਕੇਸ ਬੜਾ ਪੁਰਾਣਾ ਹੈ ਅਤੇ ਅਜਿਹੇ ਕੇਸਾਂ ਦੀ ਜਾਂਚ ਲਈ ਵਧੇਰੇ ਸਮਾਂ ਚਾਹੀਦਾ ਹੁੰਦਾ ਹੈ, ਇਸ ਲਈ ਤੁਸੀਂ 1 ਮਹੀਨੇ ਤੱਕ ਦਾ ਇੰਤਜ਼ਾਰ ਕਰੋ। ਇਹ ਕਹਿੰਦਿਆਂ ਉਸ ਨੇ ਮੇਰੀ ਕੋਈ ਹੋਰ ਗੱਲ ਸੁਣੇ ਬਿਨਾਂ ਹੀ ਫੋਨ ਕੱਟ ਦਿੱਤਾ ਸੀ। ਉਸ ਨਾਲ ਕਰਨ ਵਾਲੀਆਂ ਕੋਰੀਆਂ ਕਰਾਰੀਆਂ ਗੱਲਾਂ ਮੇਰੇ ਦਿਲ ਵਿੱਚ ਹੀ ਰਹਿ ਗਈਆਂ ਸਨ, ਪਰ ਹੁਣ ਕੀਤਾ ਕੀ ਜਾ ਸਕਦਾ ਸੀ। ਮੈਂ ਸੋਚ ਰਿਹਾ ਸਾਂ ਕਿ ਜਿਹੜੀ ਪੁਲਿਸ ਫੋਟੋਆਂ ਅਤੇ ਮੂਵੀ ਵਰਗੇ ਪੁਖਤਾ ਸਬੂਤ ਵੇਖ ਕੇ ਵੀ 15 ਦਿਨਾਂ ਵਿੱਚ ਕਿਸੇ ਸਿੱਟੇ 'ਤੇ ਨਹੀਂ ਪੁੱਜ ਸਕੀ, ਉਸ ਨੇ 1 ਮਹੀਨੇ ਵਿੱਚ ਕਿਹੜਾ ਨਵਾਂ ਮਾਰਕਾ ਮਾਰ ਦੇਣਾ ਹੈ। ਫਿਰ ਦਿਮਾਗ ਵਿੱਚ ਆਉਣ ਲੱਗਾ ਕਿ ਐਵੇਂ ਨਾ ਸੋਚ, ਇਹ ਪੁਲਿਸ ਮਹਿਕਮਾ ਹੈ। ਇਸ ਦਾ ਇੱਕੋ ਇੱਕ ਮਕਸਦ ਸਿਰਫ ਦੂਜਿਆਂ ਦੇ ਅਪਰਾਧ ਫੜਨੇ, ਸਹੀ ਨੂੰ ਗਲਤ ਠਹਿਰਾਉਣਾ ਅਤੇ ਆਪਣੇ ਕਰਮਚਾਰੀਆਂ ਦੇ ਵੱਡੇ ਤੋਂ ਵੱਡੇ ਅਪਰਾਧ 'ਤੇ ਪਰਦਾ ਪਾਉਣਾ ਹੀ ਹੈ। ਇਸ ਲਈ ਇਹਨਾਂ ਤੋਂ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਇਹ ਮਹਿਕਮਾ ਆਮ ਲੋਕਾਂ ਦੇ ਵਿਰੁੱਧ ਇੱਕ ਧਿਰ ਬਣ ਕੇ ਵਿਚਰ ਰਿਹਾ ਹੈ। ਕਰਦਿਆਂ ਕਰਾਉਂਦਿਆਂ ਕੁਝ ਦਿਨ ਹੋਰ ਲੰਘ ਗਏ। ਇੱਕ ਦਿਨ ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ ਅਤੇ ਜਦ ਮੈਂ ਪੁਲਿਸ ਵਿਭਾਗ ਦਾ ਨੰਬਰ ਸਕਰੀਨ ਉੱਤੇ ਵੇਖਿਆ ਤਾਂ ਮੈਂ ਚੁਕੰਨਾ ਹੋ ਗਿਆ। ਓਪਰੇਟਰ ਨੇ ਮੇਰਾ ਨਾਮ ਅਤੇ ਪਤਾ ਪੁੱਛ ਕੇ ਮੇਰੇ ਦੁਆਰਾ ਕੀਤੀ ਗਈ ਸ਼ਿਕਾਇਤ ਦਾ ਵੇਰਵਾ ਸੰਖੇਪ ਵਿੱਚ ਦੱਸਿਆ। ਜਦ ਉਸ ਨੂੰ ਤਸੱਲੀ ਹੋ ਗਈ ਕਿ ਫੋਨ ਉੱਪਰ ਅਸਲ ਸ਼ਿਕਾਇਤਕਰਤਾ ਹੀ ਗੱਲ ਕਰ ਰਿਹਾ ਹੈ ਤਾਂ ਉਸ ਨੇ SSP ਦਫ਼ਤਰ ਦੁਆਰਾ ਭੇਜੀ ਗਈ ਰਿਪੋਰਟ ਪੜ੍ਹਨੀ ਸ਼ੁਰੂ ਕਰ ਦਿੱਤੀ। ਸਰ, ਸਾਨੂੰ ਆਈ ਰਿਪੋਰਟ ਮੁਤਾਬਕ ਪੁਲਿਸ ਬੱਸ ਦੀ ਗਲਤ ਵਰਤੋਂ ਨਹੀਂ ਹੋਈ ਹੈ। ਮਲਕੀਤ ਸਿੰਘ ਇਹ ਸਰਕਾਰੀ ਬੱਸ ਨੂੰ ਸਕੂਲੀ ਬੱਚਿਆਂ ਨੂੰ ਸਕੂਲ ਲੈ ਜਾਣ ਅਤੇ ਵਾਪਸ ਲਿਆਉਣ ਲਈ ਡਰਾਈਵਰ ਵਜੋਂ ਸੇਵਾ ਨਿਭਾਉਂਦਾ ਸੀ ਅਤੇ ਉਹ ਇਸ ਗਲੀ ਵਿੱਚੋਂ ਬੱਚਿਆਂ ਨੂੰ ਚੁੱਕਣ ਵਾਸਤੇ ਇਹ ਬੱਸ ਲੈ ਕੇ ਆਉਂਦਾ ਸੀ, ਜਿਸ ਕਾਰਨ ਇਹ ਬੱਸ ਉਸ ਨੂੰ ਇੱਥੇ ਖੜਾਉਣੀ ਪੈਂਦੀ ਸੀ। ਜਪਨਾਮ ਸਿੰਘ ਦਾ ਇਸ ਬੱਸ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੈ। ਫਿਰ ਵੀ ਇਸ ਮਸਲੇ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਮਲਕੀਤ ਸਿੰਘ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਕਿਸ਼ਤ 212ਵੀਂ। ਪੂਰੀ ਰਿਪੋਰਟ ਪੜ੍ਹਨ ਤੋਂ ਬਾਅਦ ਉਸ ਨੇ ਮੈਨੂੰ ਸਵਾਲ ਕੀਤਾ, ਕੀ ਤੁਸੀਂ ਇਸ ਰਿਪੋਰਟ ਨਾਲ ਸਹਿਮਤ ਹੋ? ਉਸ ਦੇ ਬੋਲਾਂ 'ਚੋਂ ਡਰ ਸਾਫ਼ ਝਲਕ ਰਿਹਾ ਸੀ। ਮੈਂ ਗੁੱਸੇ ਨਾਲ ਆਖਿਆ, ਨਹੀਂ ਜੀ, ਮੈਂ ਅਜੇ ਕੁਝ ਨਹੀਂ ਆਖ ਸਕਦਾ। ਮੈਂ ਆਪਣੇ ਵਕੀਲ ਨਾਲ ਗੱਲ ਕਰਕੇ ਦੱਸਾਂਗਾ। ਸਰ, ਤੁਸੀਂ ਜਿਸ ਕਿਸੇ ਨਾਲ ਮਰਜ਼ੀ ਸਲਾਹ ਕਰਿਓ, ਅਸੀਂ ਤੁਹਾਨੂੰ ਰੋਕਦੇ ਨਹੀਂ, ਪਰ ਮੈਂ ਪੁੱਛ ਰਿਹਾ ਹਾਂ ਕਿ ਕੀ ਤੁਸੀਂ ਇਸ ਰਿਪੋਰਟ ਨਾਲ ਸਹਿਮਤ ਹੋ? ਨਹੀਂ ਜੀ, ਮੈਂ ਬਿਲਕੁਲ ਵੀ ਸਹਿਮਤ ਨਹੀਂ ਹਾਂ। ਇਹ ਆਪਣੇ ਕਰਮਚਾਰੀਆਂ ਨੂੰ ਬਚਾਉਣ ਲਈ ਇੱਕ ਤਰਫਾ ਜਾਂਚ ਕੀਤੀ ਗਈ ਹੈ। ਮੈਂ ਫਿਰ ਗੁੱਸੇ ਨਾਲ ਆਖਿਆ ਸੀ। ਉਹ ਥੋੜ੍ਹਾ ਜਿਹਾ ਜਰਕ ਗਿਆ ਸੀ ਅਤੇ ਬੋਲਿਆ, ਜੇ ਤੁਸੀਂ ਸਹਿਮਤ ਨਹੀਂ ਹੋ ਤਾਂ ਤੁਸੀਂ SSP ਸਾਹਿਬ ਨੂੰ ਆਪਣੀ ਸ਼ਿਕਾਇਤ ਕਰੋ। ਸਾਡੇ ਵੱਲੋਂ ਤੁਹਾਡੀ ਇਹ ਸ਼ਿਕਾਇਤ ਬੰਦ ਕਰ ਦਿੱਤੀ ਗਈ ਹੈ। ਪੁਲਿਸ ਹੈਲਪਲਾਈਨ ਨਾਲ ਗੱਲ ਕਰਨ ਲਈ ਆਪ ਜੀ ਦਾ ਧੰਨਵਾਦ। ਆਖ ਕੇ ਉਸ ਨੇ ਫੋਨ ਕੱਟਣ ਦੀ ਕੀਤੀ। ਇੱਕ ਵਾਰ ਤਾਂ ਮੈਨੂੰ ਫਿਰ ਚਿੰਤਾ ਹੋ ਗਈ ਕਿ ਪੁਲਿਸ ਵਿਭਾਗ ਨੇ ਇਹ ਕਿਹੋ ਜਿਹੀ ਜਾਂਚ ਕੀਤੀ ਹੈ, ਸੱਚ ਦਾ ਝੂਠ ਬਣਾਇਆ ਪਿਆ ਹੈ। ਪਰ ਫਿਰ ਕਾਫੀ ਦੇਰ ਸੋਚ ਵਿਚਾਰ ਕੇ ਮੈਂ ਆਪਣੇ ਹਮਦਰਦ ਪੁਲਿਸ ਵਾਲੇ ਨੂੰ ਫੋਨ ਮਿਲਾ ਕੇ ਇਸ ਸਭ ਬਾਰੇ ਦੱਸ ਦਿੱਤਾ। ਉਹ ਹੱਸ ਕੇ ਆਖਣ ਲੱਗਾ, ਚੱਲ ਕੋਈ ਨਹੀਂ, ਫਿਕਰ ਨਾ ਕਰ, ਵਿਭਾਗੀ ਜਾਂਚ ਤਾਂ ਕਰਵਾਉਣਗੇ ਹੀ। ਤੂੰ ਸ਼ੁਕਰ ਕਰ ਕਿ ਖੁਸਰਿਆਂ ਦੇ ਘਰ ਲੇਲਾ ਤਾਂ ਜੰਮਿਆ। ਆਪਾਂ ਕੁਝ ਕੁ ਦਿਨਾਂ ਵਿੱਚ ਹੀ
ਉਸ ਰਿਪੋਰਟ ਦੀ ਵੀ RTI ਰਾਹੀਂ ਮੰਗ ਕਰ ਲਵਾਂਗੇ। ਮੈਨੂੰ ਲੱਗਦਾ ਉਦੋਂ ਤੱਕ ਤੇਰਾ ਮਸਲਾ ਉਂਝ ਹੀ ਹੱਲ ਹੋ ਜਾਣਾ। ਜੇ ਨਾ ਹੋਇਆ ਤਾਂ ਮੀਡੀਆ ਤਾਂ ਕਿਤੇ ਗਿਆ ਨਹੀਂ। ਹੁਣ ਮੇਰੇ ਲਈ ਇੱਕ ਤਸੱਲੀ ਦੀ ਗੱਲ ਇਹ ਸੀ ਕਿ ਦੂਜੀ ਧਿਰ ਦੇ ਸਿਰ 'ਤੇ ਵਿਭਾਗੀ ਜਾਂਚ ਦੀ ਤਲਵਾਰ ਅਜੇ ਵੀ ਲਟਕ ਰਹੀ ਸੀ। ਇਸ ਨਾਲ ਮੈਨੂੰ ਸਮਾਂ ਵੀ ਮਿਲ ਜਾਣਾ ਸੀ ਤੇ ਜੇ ਉਹ ਨਾ ਸੁਧਰਦੇ ਤਾਂ ਮੈਂ ਉਹਨਾਂ ਉੱਤੇ ਨਵਾਂ ਵਾਰ ਵੀ ਕਰ ਸਕਦਾ ਸਾਂ। ਕਈ ਦਿਨ ਲੰਘ ਚੁੱਕੇ ਸਨ ਪਰ ਦੂਜੀ ਧਿਰ ਵੱਲੋਂ ਕਿਸੇ ਨੂੰ ਵੀ ਸਮਝੌਤੇ ਲਈ ਨਹੀਂ ਭੇਜਿਆ ਗਿਆ ਸੀ। ਇੱਕ ਦਿਨ ਸਿਖਰ ਦੁਪਹਿਰ ਸਾਡੇ ਘਰ ਦੀ ਘੰਟੀ ਵੱਜੀ। ਮੇਰੇ ਦਿਮਾਗ ਵਿੱਚ ਆਇਆ ਕਿ ਇਸ ਵੇਲੇ ਤਾਂ ਜ਼ਰੂਰ ਡਾਕੀਆ ਜਾਂ ਫਿਰ ਕਿਸੇ ਸਰਕਾਰੀ ਦਫ਼ਤਰ ਦਾ ਹਰਕਾਰਾ ਹੀ ਆਇਆ ਹੋਵੇਗਾ। ਜਦ ਮੈਂ ਬੂਹਾ ਖੋਲ੍ਹਿਆ ਤਾਂ ਸਾਹਮਣੇ ਇੱਕ ਅਣਜਾਣ ਬੰਦੇ ਅਤੇ ਔਰਤ ਨੂੰ ਵੇਖ ਕੇ ਜ਼ਰਾ ਹੈਰਾਨ ਹੋ ਗਿਆ ਸਾਂ। ਜਦ ਉਹਨਾਂ ਨੇ ਆਪਣੀ ਜਾਣ ਪਹਿਚਾਣ ਕਰਵਾਈ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਔਰਤ ਤਾਂ ਮਲਕੀਤ ਪੁਲਸੀਏ ਦੀ ਘਰਵਾਲੀ ਅਤੇ ਆਦਮੀ ਉਹਨਾਂ ਦਾ ਕੋਈ ਨਜ਼ਦੀਕੀ ਸੀ। ਮੈਂ ਇਹਨਾਂ ਦੋਵਾਂ ਨੂੰ ਪਹਿਲੀ ਵਾਰ ਹੀ ਵੇਖਿਆ ਸੀ। ਮੈਂ ਉਹਨਾਂ ਨੂੰ ਅੰਦਰ ਆ ਜਾਣ ਲਈ ਆਖਿਆ। ਕਿਸ਼ਤ 213ਵੀਂ। ਉਹਨਾਂ ਦੀ ਆਮਦ ਕਾਰਨ ਘਰ ਦੇ ਸਾਰੇ ਜੀਅ ਡਰਾਇੰਗ ਰੂਮ ਵਿੱਚ ਆ ਇਕੱਠੇ ਹੋਏ। ਰਸਮੀ ਗੱਲਾਂ ਤੋਂ ਬਾਅਦ ਚੱਲ ਰਹੇ ਝਗੜੇ ਬਾਰੇ ਗੱਲਬਾਤ ਸ਼ੁਰੂ ਹੋ ਗਈ। ਉਹਨਾਂ ਦੇ ਮੁਤਾਬਕ ਇਸ ਚੱਲ ਰਹੇ ਝਗੜੇ ਕਾਰਨ ਉਹ ਬੜੀ ਹੀ ਜ਼ਿਆਦਾ ਮਾਨਸਿਕ ਪੀੜ ਵਿੱਚੋਂ ਗੁਜ਼ਰ ਰਹੇ ਹਨ ਅਤੇ ਇਸ ਲਈ ਉਹਨਾਂ ਨੇ ਸ਼ਾਂਤੀ ਲਈ ਪਹਿਲ ਕੀਤੀ ਸੀ। ਅਸੀਂ ਵੀ ਸਾਰੀ ਸਥਿਤੀ ਸਪਸ਼ਟ ਕੀਤੀ ਕਿ ਪਹਿਲ ਤਾਂ ਅਸੀਂ ਮਲਕੀਤ ਨਾਲ ਗੱਲ ਕਰਕੇ ਹੀ ਕਰ ਦਿੱਤੀ ਸੀ, ਜਿਸ ਨੂੰ 8-9 ਮਹੀਨੇ ਬੀਤ ਚੁੱਕੇ ਹਨ। ਜੇ ਉਹ ਉਦੋਂ ਹੀ ਸਮਝ ਜਾਂਦੇ ਤਾਂ ਗੱਲ ਇੱਥੋਂ ਤੱਕ ਵਧਣੀ ਹੀ ਨਹੀਂ ਸੀ। ਉਹਨਾਂ ਦੀ ਗੱਲਬਾਤ ਦਾ ਕੇਂਦਰ ਬਿੰਦੂ ਕੇਵਲ ਇਹ ਹੀ ਸੀ ਕਿ ਅਸੀਂ ਬੱਸ ਵਾਲਾ ਕੇਸ ਵਾਪਸ ਲੈ ਲਈਏ ਅਤੇ ਗੁਰਨੇਕ ਵਾਲੇ ਕੇਸ ਦਾ ਨਿਪਟਾਰਾ ਅਦਾਲਤ ਦੇ ਫੈਸਲੇ 'ਤੇ ਛੱਡ ਦਈਏ। ਇਹ ਗੱਲ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਕਿਉਂਕਿ ਅਸੀਂ ਸਾਰੇ ਕੇਸਾਂ ਦਾ ਨਿਪਟਾਰਾ ਇਕੱਠਾ ਹੀ ਕਰਨਾ ਚਾਹੁੰਦੇ ਸੀ। ਮੇਰੇ ਵਿਰੁੱਧ ਕੀਤੇ ਗਏ ਸਾਰੇ ਕੇਸ ਉਹਨਾਂ ਦੇ ਸਾਂਝੇ ਗੁੱਟ ਦੁਆਰਾ ਹੀ ਕੀਤੇ ਗਏ ਸਨ। ਇਸ ਲਈ ਮੈਂ ਆਪਣੇ ਤਕੜੇ ਪੱਖ ਦਾ ਸਮਝੌਤਾ ਕਰਕੇ ਇਕੱਲਾ ਹੀ 7-8 ਸਾਲ ਤੱਕ ਲੰਬੇ ਚੱਲਣ ਵਾਲੇ ਕੇਸ ਦੀਆਂ ਤਰੀਕਾਂ ਭੁਗਤਣ ਦੇ ਹੱਕ ਵਿੱਚ ਨਹੀਂ ਸਾਂ। ਨਾਲੇ ਸਾਨੂੰ ਗਰਜ ਵੀ ਕੀ ਸੀ ਕਿ ਅਸੀਂ ਅਜਿਹਾ ਸਮਝੌਤਾ ਕਰਦੇ। ਉਹਨਾਂ ਮੁਤਾਬਕ ਜਦ ਇਹ ਬੱਸ ਪਿਛਲੇ 6-7 ਸਾਲਾਂ ਤੋਂ ਉੱਥੇ ਖੜ੍ਹ ਰਹੀ ਸੀ ਤੇ ਕਿਸੇ ਨੂੰ ਵੀ ਤਕਲੀਫ ਨਹੀਂ ਸੀ ਤਾਂ ਅਸੀਂ ਇਸ ਦਾ ਵਿਰੋਧ ਜਾਣ ਬੁੱਝ ਕੇ ਹੀ ਕਰ ਰਹੇ ਸਾਂ। ਅਸੀਂ ਉਹਨਾਂ ਨੂੰ ਦੱਸ ਦਿੱਤਾ ਕਿ ਜਦ ਸਾਡੇ ਵਿਰੁੱਧ ਮੁਕੱਦਮਾ ਦਰ ਮੁਕੱਦਮਾ ਕੀਤਾ ਗਿਆ ਹੈ ਤਾਂ ਅਸੀਂ ਨਾ ਚਾਹੁੰਦੇ ਹੋਏ ਹੀ ਇਹ ਸਭ ਕੁਝ ਕਰਨ ਖਾਤਰ ਮਜਬੂਰ ਹੋਏ ਹਾਂ। ਕਾਫੀ ਸਮਾਂ ਗੱਲਬਾਤ ਚੱਲਦੀ ਰਹੀ। ਅੰਤ ਸਿੱਟਾ ਇਹ ਨਿਕਲਿਆ ਕਿ ਉਹ ਗੁਰਨੇਕ ਨੂੰ ਝੂਠਾ ਕੇਸ ਵਾਪਸ ਕਰਨ ਲਈ ਮਨਾਉਣਗੇ। ਮੇਰੀ ਹੈਰਾਨੀ ਦੀ ਹੱਦ ਉਦੋਂ ਜਵਾਬ ਦੇ ਗਈ ਜਦ ਅਮਰਿੰਦਰ ਤੇ ਯਾਦਵਿੰਦਰ, ਜੋ ਕਿ ਸੰਜੋਗ ਵਸ ਉਸ ਦਿਨ ਘਰ ਹੀ ਸਨ, ਨੇ ਇਸ ਸਭ ਦੀ ਵੀਡੀਓ ਵੀ ਬਣਾ ਲਈ। ਹੁਣ ਰਾਜੀਨਾਮਾ ਨਾ ਹੋਣ ਦੀ ਸੂਰਤ ਅਤੇ ਬੱਸ ਵਾਲਾ ਕੇਸ ਅੱਗੇ ਵਧਾਉਣ ਦੀ ਹਾਲਤ ਵਿੱਚ ਸਾਡੇ ਕੋਲ ਇਸ ਬੱਸ ਨੂੰ 6-7 ਸਾਲਾਂ ਤੋਂ ਉੱਥੇ ਖੜ੍ਹੀ ਕਰਨ ਦਾ ਇਕਬਾਲੀਆ ਬਿਆਨ ਵੀ ਮੂਵੀ ਦੇ ਰੂਪ ਵਿੱਚ ਸਾਡੇ ਹੱਥੀਂ ਲੱਗ ਚੁੱਕਾ ਸੀ। ਕਿਤੇ ਵੀ ਪੇਸ਼ ਕਰਨ ਵਾਸਤੇ ਇਹ ਇੱਕ ਬਹੁਤ ਹੀ ਵੱਡਾ ਤੇ ਪੁਖਤਾ ਸਬੂਤ ਸੀ। ਕਿਸ਼ਤ 214ਵੀਂ। ਘਰ ਦੇ ਸਾਰੇ ਜੀਅ ਇਸ ਗੱਲ 'ਤੇ ਇੱਕਮਤ ਸਨ ਕਿ ਜਦ ਉਹ ਨੀਵੇਂ ਹੋ ਕੇ ਆਪਣੇ ਘਰ ਆ ਗਏ ਹਨ ਤਾਂ ਉਹਨਾਂ ਉੱਤੇ ਬੱਸ ਵਾਲੇ ਕੇਸ ਵਿੱਚ ਹੋਰ ਕਾਰਵਾਈ ਨਾ ਕੀਤੀ ਜਾਵੇ। ਕਿਸੇ ਦਾ ਆਪ ਚੱਲ ਕੇ, ਉਹ ਵੀ ਔਰਤ,
ਘਰ ਸਮਝੌਤਾ ਕਰਨ ਆਉਣ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਉਹਨਾਂ ਦੇ ਹੱਥ ਖੜੇ ਹਨ। ਇਸ ਲਈ ਹਥਿਆਰ ਸੁੱਟ ਚੁੱਕੇ ਬੰਦੇ ਉੱਤੇ ਵਾਰ ਕਰਨ ਵਿੱਚ ਸਾਡੀ ਬਹਾਦਰੀ ਨਹੀਂ ਸਗੋਂ ਮੱਕਾਰੀ ਤੇ ਕਮਜ਼ੋਰੀ ਸਾਬਤ ਹੋਣੀ ਸੀ। ਇਹ ਗੱਲ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਵਿੱਚ ਸ਼ਾਮਲ ਹੈ। ਭਾਵੇਂ ਕਿ ਮੈਂ ਮਲਕੀਤ ਨੂੰ ਬਹੁਤ ਦੇਰ ਪਹਿਲਾਂ ਨੈਤਿਕ ਕਦਰਾਂ ਕੀਮਤਾਂ ਅਤੇ ਚੰਗੇ ਗੁਆਂਢੀਆਂ ਵਾਂਗੂ ਰਹਿਣ ਬਾਰੇ ਕਹਿ ਅਤੇ ਇਸ ਗੱਲ ਦੀ ਅਹਿਮੀਅਤ ਵੀ ਸਮਝਾ ਚੁੱਕਾ ਸਾਂ, ਪਰ ਉਸ 'ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਸੀ ਤੇ ਉਹਨਾਂ ਨੇ ਰਲ ਕੇ ਮੇਰੇ ਉੱਤੇ ਵਾਰ ਕਰਨੇ ਬੰਦ ਨਹੀਂ ਕੀਤੇ ਸਨ। ਉਹਨਾਂ ਦੇ ਸਾਡੇ ਘਰ ਹੀਣੇ ਹੋ ਕੇ ਆਉਣ ਨਾਲ ਅਸੀਂ ਉਹਨਾਂ ਵੱਲੋਂ ਬਿਨਾਂ ਵਜ੍ਹਾ ਕੀਤੇ ਸਭ ਕੁਝ ਨੂੰ ਭੁਲਾ ਦੇਣ ਅਤੇ ਇਸ ਉੱਤੇ ਮਿੱਟੀ ਪਾਉਣ ਦੀ ਸੋਚ ਲਈ ਸੀ। ਹੁਣ ਦੂਜੀ ਧਿਰ 'ਚੋਂ ਨਜਾਇਜ਼ ਕਬਜ਼ਾਧਾਰੀ ਗੁਰਨੇਕ ਦਾ ਆਪਣੀ ਅੜੀ ਛੱਡਣਾ ਹੀ ਬਾਕੀ ਰਹਿ ਗਿਆ ਸੀ, ਜਿਹੜਾ ਕਿ ਉਹਨਾਂ ਦੇ ਦੱਸਣ ਮੁਤਾਬਕ ਅਜੇ ਵੀ ਗਧਿਆਂ ਵਰਗੀ ਮੈਂ ਨਾ ਮਾਨੂੰ ਵਾਲੀ ਅੜੀ 'ਤੇ ਅੜਿਆ ਹੋਇਆ ਹੀ ਜਾਪ ਰਿਹਾ ਸੀ। ਅਗਲੇ ਦਿਨੀਂ ਅਸੀਂ ਮਹਿਸੂਸ ਕੀਤਾ ਕਿ ਦੂਜੀ ਧਿਰ ਵਿੱਚ ਕੁਝ ਵਧੇਰੇ ਹਿਲਜੁਲ ਹੋਣੀ ਸ਼ੁਰੂ ਹੋ ਗਈ ਸੀ। ਉਹਨਾਂ ਨੇ MC ਸੁਰਜੀਤ ਸਿੰਘ ਤੱਕ ਪਹੁੰਚ ਕਰਕੇ ਇਸ ਮਸਲੇ ਨੂੰ ਹੱਲ ਕਰਨ ਲਈ ਉਸ ਦੀ ਮਦਦ ਵੀ ਮੰਗੀ ਸੀ। MC ਨੇ ਸਾਡੇ ਨਾਲ ਗੱਲ ਕਰਕੇ ਬੈਠਕ ਦਾ ਸਮਾਂ ਦੇ ਦਿੱਤਾ। ਸਾਨੂੰ ਪਤਾ ਲੱਗਾ ਕਿ ਦੂਜੀ ਧਿਰ ਆਪਣੇ ਪਾਸ਼ੂਆਂ ਨੂੰ ਵੱਡੀ ਗਿਣਤੀ ਵਿੱਚ ਇਕੱਠਾ ਕਰ ਰਹੀ ਹੈ। ਇਸ ਲਈ ਅਸੀਂ ਵੀ ਆਪਣੇ ਹੱਕ ਵਿੱਚ ਡਟਣ ਵਾਲੇ ਅਤੇ ਸਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਹੋਣ ਵਾਲੇ ਇਸ ਇਕੱਠ ਬਾਰੇ ਜਾਣਕਾਰੀ ਦੇ ਕੇ ਪਹੁੰਚਣ ਲਈ ਆਖ ਦਿੱਤਾ ਸੀ। ਮਿੱਥੇ ਦਿਨ MC ਸੁਰਜੀਤ ਸਿੰਘ ਦੇ ਘਰ ਦੋਵਾਂ ਧਿਰਾਂ ਦਾ ਵਾਹਵਾ ਹੀ ਇਕੱਠ ਹੋ ਗਿਆ ਸੀ। ਉਹ ਵੀ ਇੰਨੇ ਬੰਦਿਆਂ ਨੂੰ ਵੇਖ ਕੇ ਘਬਰਾ ਗਿਆ। ਗੱਲਬਾਤ ਸਧਾਰਨ ਗੱਲਾਂ ਤੋਂ ਹੁੰਦੀ ਹੋਈ ਬਹਿਸਬਾਜ਼ੀ ਤੋਂ ਵੀ ਅੱਗੇ ਨਿਕਲ ਕੇ ਤੂੰ ਮੈਂ ਤੱਕ ਪਹੁੰਚ ਗਈ ਸੀ। ਕਿਸ਼ਤ 215ਵੀਂ। ਉਹਨਾਂ ਦਾ ਇੱਕ ਪਾਸ਼ੂ ਜ਼ਿਆਦਾ ਹੀ ਤੱਤਾ ਹੋਇਆ ਬੋਲਣ ਲੱਗ ਪਿਆ। ਇਹਨਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਸੀ। ਗੁਰਨੇਕ ਸਿੰਘ ਨੂੰ ਮੇਰੇ ਸਾਹਮਣੇ ਇਹਨਾਂ ਦੋਵਾਂ ਭਰਾਵਾਂ ਨੇ ਬੜਾ ਕੁੱਟਿਆ ਸੀ। ਅਸੀਂ ਨਹੀਂ ਸਹਿਣੀ ਇਹਨਾਂ ਦੀ ਗੁੰਡਾਗਰਦੀ। ਕੱਲ ਦੀ ਭੂਤਨੀ ਸਿਵਿਆਂ ਚੱਦ। ਉਹ ਹੋਰ ਵੀ ਉੱਚੀ ਉੱਚੀ ਬੋਲਣ ਲੱਗ ਪਿਆ ਸੀ। ਮੈਨੂੰ ਉਸ ਉੱਤੇ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਮੈਂ ਉਸ ਨੂੰ ਟੁੱਟ ਕੇ ਪੈ ਗਿਆ ਸਾਂ। ਸਾਡੀ ਪਿੱਠ ਪਿੱਛੇ ਇੱਟਾਂ ਚੁੱਕਣ ਤੇ ਗਾਲਾਂ ਕੱਢਣ ਤੇਰਾ ਮੁੰਡਾ ਹੀ ਆਉਂਦਾ ਸੀ ਨਾ। ਉਹਨੂੰ ਆਖ, ਜੇ ਇੱਕ ਪਿਓ ਦਾ ਏ ਤਾਂ ਹੁਣ ਆਵੇ ਸਾਡੇ ਸਾਹਮਣੇ ਆ ਕੇ ਕਰੇ ਗੁੰਡਾਗਰਦੀ। ਫਿਰ ਦੱਸਾਂਗੇ ਉਹਨੂੰ ਕਿ ਕਿਵੇਂ ਕਿਸੇ ਦੇ ਘਰ ਦੇ ਅੱਗੇ ਆ ਕੇ ਲਲਕਾਰੇ ਮਾਰੀਦੇ ਨੇ। ਮੇਰੀ ਗੱਲ ਸੁਣ ਕੇ ਉਸ ਦੀ ਜਿਵੇਂ ਬੜੀ ਵੱਡੀ ਚੋਰੀ ਫੜੀ ਗਈ ਸੀ। ਉਹ ਉਸੇ ਵੇਲੇ ਹੀ ਬਰਫ਼ 'ਚ ਲੱਗ ਗਿਆ। ਭਰੀ ਪੰਚਾਇਤ ਵਿੱਚ ਉਸ ਨੂੰ ਕੋਈ ਵੀ ਗੱਲ ਨਹੀਂ ਸੀ ਆ ਰਹੀ। ਉਸ ਨੂੰ ਚੁੱਪ ਹੋਇਆ ਵੇਖ ਕੇ ਮੈਂ ਫਿਰ ਕਿਹਾ, ਚੱਲ ਆ, ਤੁਰ ਮੇਰੇ ਨਾਲ, ਚੱਲ ਉਸੇ ਥਾਂ 'ਤੇ ਲਿਆ ਆਪਦੇ ਵੱਡੇ ਬਦਮਾਸ਼ ਨੂੰ, ਵਿਖਾਈਏ ਪੰਜੀ ਦਾ ਭੌਣ। ਸਾਡੀ ਸ਼ਰਾਫਤ ਨੂੰ ਹੀ ਕਮਜ਼ੋਰੀ ਸਮਝੀ ਜਾਂਦਾ ਓਏ। ਲਿਆ ਅਮਲੀ, ਜਿਹੜੇ ਤੂੰ ਸਾਡੇ ਗਲ ਪਾਉਣ ਨੂੰ ਫਿਰਦਾ। ਇੱਕ ਵਾਰ ਤੈਨੂੰ ਵੀ ਵੇਖ ਹੀ ਲਈਏ। ਨਸ਼ੇ ਹੀ ਵੇਚਦਾ, ਹੋਰ ਤੇਰੇ ਹਲ ਨਹੀਂ ਵਗਦੇ ਜਿਹੜਾ ਆਕੜ ਆਕੜ ਕੇ ਬੋਲੀ ਜਾਂਦਾ। ਲਿਆ ਆਪਦੇ ਜਵਾਈ ਪੁਲਸੀਏ ਜਿਨ੍ਹਾਂ ਦੇ ਸਿਰ 'ਤੇ ਚੰਬ ਲਿਆ ਫਿਰਦਾ। ਇਹ ਗੱਲ ਮੈਂ ਸਾਰੇ ਹਾਜ਼ਰ ਬੰਦਿਆਂ ਨੂੰ ਸੰਬੋਧਿਤ ਹੋ ਕੇ ਪੂਰਾ ਲੋਹਾ ਲਾਖਾ ਹੁੰਦੇ ਹੋਏ ਆਖੀ ਸੀ। ਕਰਨੀਆਂ ਬਲੈਕਾਂ ਤੇ ਪੰਗੇ ਕਾਮਰੇਡਾਂ ਨਾਲ। ਇਹ ਹੀ ਤੁਹਾਨੂੰ ਸ਼ਰੀਫ ਟੱਕਰਿਆ। ਕਿਸੇ ਮੇਰੇ ਵਰਗੇ ਨਾਲ ਸਿੱਧਾ ਪਾਲਾ ਪਿਆ ਹੁੰਦਾ ਤਾਂ ਘੁੱਗੀ ਘੈਂ ਕਰਕੇ ਰੱਖ ਦੇਣੀ ਸੀ। ਸਮਾਜ 'ਚ ਰਹਿਣ ਦਾ ਪਹਿਲਾਂ ਵੱਲ ਤਾਂ ਸਿੱਖੋ। ਦਰਸ਼ਨ ਸਿੰਘ ਤੂਰ ਨੇ ਤੈਸ਼ ਵਿੱਚ ਆ ਕੇ ਕਿਹਾ। ਇਹਨਾਂ ਗੱਲਾਂ ਨੂੰ ਸੁਣ ਕੇ ਉਹ ਬਲੈਕੀਆ ਤਾਂ ਮੂਤ ਦੀ ਝੱਗ ਵਾਂਗ ਬੈਠ ਗਿਆ ਸੀ। ਦੂਜੀ ਧਿਰ ਦਾ ਇੱਕ ਬੰਦਾ ਧੀਮੀ ਆਵਾਜ਼ ਵਿੱਚ ਬੋਲਿਆ,
ਜੀ ਕਾਗਜ਼ਾਂ ਮੁਤਾਬਕ ਜਗ੍ਹਾ ਤਾਂ ਤੁਹਾਡੀ ਵੀ ਆ, ਵੇਖ ਲਵੋ ਕਿਵੇਂ ਕਰਨਾ। ਉਸ ਦੇ ਬੋਲ ਸੁਣ ਕੇ ਯਾਦਵਿੰਦਰ ਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਉੱਤਰ ਦਿੱਤਾ, ਸ਼ੁਕਰ ਹੈ ਅੱਜ ਤੁਹਾਡੀ ਧਿਰ ਨੇ ਪਹਿਲੀ ਵਾਰ ਆਪਣੇ ਮੂੰਹੋਂ ਸੱਚੇ ਬਚਨ ਬਿਲਾਸ ਕੀਤੇ ਨੇ, ਮਨ ਬੜਾ ਖੁਸ਼ ਹੋਇਆ। ਦੂਜੀ ਧਿਰ ਇਸ ਗੱਲ 'ਤੇ ਹੀ ਅੜੀ ਹੋਈ ਸੀ ਕਿ ਉਸ ਜਗ੍ਹਾ ਉੱਤੇ ਕੰਧ ਹੋਣ ਨਾਲ ਗਲੀ ਤੰਗ ਹੋ ਜਾਣੀ ਹੈ ਤੇ ਇਸ ਨਾਲ ਸਭ ਨੂੰ ਤਕਲੀਫ ਹੋਵੇਗੀ। ਅਸੀਂ ਇਸ ਗੱਲ 'ਤੇ ਪੱਕੇ ਸਾਂ ਕਿ ਜਦ ਗੁਰਨੇਕ ਨਜਾਇਜ਼ ਕਬਜ਼ਾ ਕਰੀ ਬੈਠਾ ਹੈ ਤੇ ਉਹਦੇ ਦਰਵਾਜ਼ੇ 'ਚੋਂ ਹੀ ਗਲੀ ਭੀੜੀ ਹੈ, ਜਦ ਕਿ ਸਾਡੀ ਜਗ੍ਹਾ ਸਾਨੂੰ ਮਿਲਣ ਉਪਰੰਤ ਵੀ 20 ਫੁੱਟ ਤੋਂ ਵੱਧ ਗਲੀ ਫਿਰ ਵੀ ਬਚ ਰਹੀ ਹੈ, ਤਾਂ ਇਸ ਵਿੱਚ ਕਿਸੇ ਦੇ ਤੰਗ ਪਰੇਸ਼ਾਨ ਹੋਣ ਦੀ ਕੋਈ ਵਜ੍ਹਾ ਨਹੀਂ ਬਣਦੀ ਹੈ। ਕਿਸ਼ਤ 216ਵੀਂ। ਗੁਰਨੇਕ ਪੂਰੇ ਰੋਹ ਵਿੱਚ ਅਤੇ ਹੰਕਾਰ ਨਾਲ ਬੋਲਿਆ, ਤੁਸੀਂ ਵਾਰ-ਵਾਰ ਆਖ ਰਹੇ ਹੋ ਨਾ ਕਿ ਮੈਂ ਗਲੀ ਨੱਪੀ ਹੋਈ ਆ ਤੇ ਰਜਿਸਟਰੀ ਵੀ ਮੰਗੀ ਜਾਂਦੇ ਹੋ। ਜਾਓ ਲਾ ਲਓ ਜ਼ੋਰ, ਮੈਂ ਨਹੀਂ ਰਜਿਸਟਰੀ ਵਿਖਾਉਂਦਾ। ਜੇ ਹਿੰਮਤ ਆ ਤਾਂ ਕਬਜ਼ਾ ਛੁਡਵਾ ਕੇ ਵੇਖ ਲਵੋ, ਮੇਰੀਆਂ ਤਾਂ 2 ਮੰਜ਼ਲਾਂ ਬਣਾਈਆਂ ਪਈਆਂ ਨੇ। ਤੂੰ ਗੱਲ ਕਰਦਾ ਸਾਡੇ ਨਾਲ, ਵੱਡਿਆ ਚੋਰਾ? ਅਸੀਂ ਅਜੇ ਤੇਰੇ ਵੱਲ ਪੂਰੇ ਤਰ੍ਹਾਂ ਹੋਏ ਨਹੀਂ। ਜਿਸ ਦਿਨ ਤੈਨੂੰ ਸਿੱਧੇ ਹੋ ਗਏ, ਤੂੰ ਤਾਂ ਸੁਪਨੇ ਵਿੱਚ ਵੀ ਉੱਠ ਉੱਠ ਕੇ ਆਪਣੀ ਰਜਿਸਟਰੀ ਦੀਆਂ ਦੂਰੀਆਂ ਦੂਰੀਆਂ ਕਾਪੀਆਂ ਸਾਨੂੰ ਵਿਖਾਉਂਦਾ ਫਿਰੇਂਗਾ। ਪੁਆੜੇ ਦੀਏ ਜੜੇ, ਤੈਨੂੰ ਵੀ ਦੇਖਦੇ ਹਾਂ। ਅਸੀਂ ਸਮਾਜ ਵਿੱਚ ਚੰਗੀ ਤਰ੍ਹਾਂ ਰਹਿਣ ਖਾਤਰ ਚਾਹੁੰਦੇ ਹਾਂ ਕਿ ਸਮਝੌਤਾ ਵਧੀਆ ਚੀਜ਼ ਹੁੰਦੀ ਹੈ, ਪਰ ਤੂੰ ਇਸ ਗੱਲ ਨੂੰ ਸਮਝਦਾ ਹੀ ਨਹੀਂ ਓਏ। ਜਦ ਅਸੀਂ ਤੇਰੇ ਇਸ ਕਬਜ਼ੇ ਵਾਲੀ ਥਾਂ ਸੰਬੰਧੀ ਇੱਕ ਬ੍ਰਹਮਾਸਤਰ ਚਲਾ ਦਿੱਤਾ ਤਾਂ ਤੇਰੀਆਂ 3 ਪੀੜ੍ਹੀਆਂ ਵੀ ਵਾਹੀਆਂ ਬੀਜੀਆਂ ਨਹੀਂ ਹਰੀਆਂ ਹੋਣੀਆਂ। ਇਹਨਾਂ ਦੀ ਬੋਲਤੀ ਤਾਂ ਬੰਦ ਕਰਵਾ ਦਿੱਤੀ ਆ। ਤੇਰੇ ਵਿਰੁੱਧ ਵੀ ਬਹੁਤ ਕੁਝ ਆ ਸਾਡੇ ਕੋਲ, ਜੇ ਚਾਹੁੰਦਾ ਤਾਂ ਇਸ ਭਰੀ ਸਭਾ ਵਿੱਚ ਸਾਰੇ ਸਬੂਤ ਪੇਸ਼ ਕਰੀਏ। ਯਾਦਵਿੰਦਰ ਜਪਨਾਮ ਹੋਰਾਂ ਵੱਲ ਇਸ਼ਾਰਾ ਕਰਕੇ ਉਸ ਨੂੰ ਚਾਰੇ ਚੁੱਕ ਕੇ ਪੈ ਨਿਕਲਿਆ ਸੀ। ਮੈਂ ਉਸ ਦਾ ਗੋਡਾ ਨੱਪ ਦਿੱਤਾ ਤਾਂ ਕਿ ਉਹ ਬ੍ਰਹਮ ਅਸਤਰ ਵਾਲੀ ਗੱਲ ਦਾ ਭੇਦ ਅਜੇ ਬਣਿਆ ਹੀ ਰਹਿਣ ਦੇਵੇ। ਮੇਰੀ ਨਜ਼ਰ ਗੁਰਨੇਕ ਦੇ ਚਿਹਰੇ 'ਤੇ ਪਈ ਤਾਂ ਮੈਂ ਉਸ ਦਾ ਚਿਹਰਾ ਪਹਿਲੀ ਵਾਰ ਪੀਲਾ ਹੁੰਦਾ ਵੇਖਿਆ। ਅਜੇ ਤਾਂ ਅਸੀਂ ਕਿਸੇ ਦੇ ਬਚਨ ਦੇ ਬੱਧੇ ਹੋਏ ਹਾਂ, ਨਹੀਂ ਤਾਂ ਸਬੂਤ ਤਾਂ ਮੇਰੀ ਜੇਬ ਵਿੱਚ ਆ। ਤੁਸੀਂ ਤਾਂ ਸਾਡੇ ਇੱਕੋ ਝਟਕੇ ਦੀ ਮਾਰ ਨਹੀਂ, ਵੱਡੇ ਬਣੇ ਫਿਰਦੇ ਹੋ ਬਦਮਾਸ਼, ਖਾਕੀ ਕੁੱਤਿਆਂ ਦੇ ਸਿਰ 'ਤੇ। ਮੈਂ ਆਪਣੀ ਜੇਬ ਵਿੱਚੋਂ ਆਪਣਾ ਮੋਬਾਈਲ ਕੱਢ ਕੇ ਵਿਖਾਉਂਦਿਆਂ ਕਿਹਾ, ਜਿਵੇਂ ਕਹਿੰਦੇ ਹਨ ਕਿ ਚੋਰ ਨੂੰ ਆਪਣਾ ਪਾਲਾ ਮਾਰ ਜਾਂਦਾ ਹੈ, ਇਸੇ ਤਰ੍ਹਾਂ ਯਾਦਵਿੰਦਰ ਤੇ ਮੇਰੀ ਕੋਰੀ ਕਰਾਰੀ ਗੱਲ ਸੁਣ ਕੇ ਗੁਰਨੇਕ ਗੁੰਮਸੁੰਮ ਹੀ ਹੋ ਗਿਆ। ਉਸ ਨੂੰ ਪਤਾ ਹੀ ਨਾ ਲੱਗਾ ਕਿ ਡੂਮਣੇ ਦੇ ਛੱਤੇ ਉੱਤੇ ਰੋੜਾ ਮਾਰ ਕੇ ਉਹ ਕਿੱਧਰ ਨੂੰ ਭੱਜੇ। ਇਸ ਰੌਲੇ ਰੱਪੇ ਵਿੱਚ ਹੀ ਸਾਰੀ ਗੱਲਬਾਤ ਨੂੰ ਧਿਆਨ ਨਾਲ ਸੁਣ ਰਹੇ ਬਲਵੰਤ ਮਖੂ ਨੇ ਸਭ ਨੂੰ ਚੁੱਪ ਕਰਵਾ ਕੇ ਆਪਣੇ ਵੱਲੋਂ ਇੱਕ ਸੁਝਾਅ ਪੇਸ਼ ਕੀਤਾ। ਵੇਖੋ ਜੀ, ਅਸੀਂ ਇਸ ਕੇਸ ਨਾਲ ਪਹਿਲੇ ਦਿਨੋਂ ਹੀ ਜੁੜੇ ਹੋਏ ਹਾਂ ਤੇ ਸਾਨੂੰ ਇਸ ਕੇਸ ਦਾ ਇੱਕ ਇੱਕ ਪਹਿਲੂ ਪਤਾ ਹੈ। ਦੋਵਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਮੇਰੇ ਦਿਮਾਗ ਵਿੱਚ ਇਸ ਸਮੱਸਿਆ ਦਾ ਇੱਕ ਹੱਲ ਉਪਜ ਰਿਹਾ। ਜੇ ਆਖੋ ਤਾਂ ਦੱਸਾਂ। ਜਦ ਸਭ ਨੇ ਉਸ ਨੂੰ ਸਹਿਮਤੀ ਦੇ ਦਿੱਤੀ ਤਾਂ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਵੇਖੋ ਜੀ, ਗੱਲ ਬੜੀ ਵੱਧ ਚੁੱਕੀ ਆ। ਸਰਕਾਰੀ ਰਿਕਾਰਡ ਮੁਤਾਬਕ ਵੀ ਇਹ ਜਗ੍ਹਾ ਇਸ ਮੁੰਡੇ ਦੀ ਬਣਦੀ ਆ ਤੇ ਇਹ ਇਸ ਨੂੰ ਵਰਤਦੇ ਵੀ ਆ ਰਹੇ ਨੇ। ਗਲੀ ਦੇ ਕੁਝ ਬੰਦਿਆਂ ਨੂੰ ਇਸ ਥਾਂ ਉੱਤੇ ਕੰਧ ਕਰਨ ਵਿੱਚ ਇਤਰਾਜ਼ ਹੈ। ਚਲੋ ਆਪਾਂ ਇਸ ਇਤਰਾਜ਼ ਨੂੰ ਕੁਝ ਦੇਰ ਲਈ ਠੀਕ ਵੀ ਮੰਨ ਲੈਂਦੇ ਹਾਂ। ਹੁਣ ਇਹਨਾਂ ਦੀ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਗੁਰਨੇਕ ਦੀ ਨਜਾਇਜ਼ ਉਸਾਰੀ 'ਤੇ ਇਤਰਾਜ਼ ਹੈ, ਜੋ ਕਿ ਬਿਲਕੁਲ ਜਾਇਜ਼ ਵੀ ਹੈ। ਗੁਰਨੇਕ ਸਾਹਮਣੇ ਬੈਠਾ ਹੈ ਤੇ ਇਸ ਕੋਲ ਆਪਣੀ ਮਾਲਕੀ ਨੂੰ ਦਰਸਾਉਂਦਾ ਹੋਇਆ ਕੋਈ ਵੀ ਸਬੂਤ ਨਹੀਂ ਹੈ। ਇਹ ਸੁਣ ਕੇ ਗੁਰਨੇਕ ਦੀ ਨੀਵੀਂ ਪੈ ਗਈ ਤੇ ਉਸ ਤੋਂ ਕੁਝ ਵੀ ਬੋਲਿਆ ਨਾ ਗਿਆ। ਕਿਸ਼ਤ 217ਵੀਂ। ਬਲਵੰਤ ਮਖੂ ਨੇ ਆਪਣੀ ਗੱਲ
ਜਾਰੀ ਰੱਖੀ। ਦੋਵਾਂ ਧਿਰਾਂ ਨੂੰ ਸੰਤੁਸ਼ਟ ਕਰਨ ਦਾ ਇੱਕੋ ਇੱਕ ਹੱਲ ਇਹ ਹੀ ਹੈ ਕਿ ਇਹ ਧਿਰ ਆਪਣੀ ਖਰੀਦੀ ਹੋਈ ਜਗ੍ਹਾ 'ਤੇ ਕੋਈ ਵੀ ਕੰਧ ਨਹੀਂ ਕਰੇਗੀ ਅਤੇ ਗੁਰਨੇਕ ਨੇ ਜਿੰਨੀ ਜਗ੍ਹਾ ਵੱਧ ਵਲੀ ਹੋਈ ਹੈ ਉਹ ਉੱਥੋਂ ਆਪਣਾ ਕਬਜ਼ਾ ਛੱਡ ਦੇਵੇ। ਉਸ ਦੀ ਢਾਹ ਢਵਾਈ 'ਤੇ ਜੋ ਵੀ ਖਰਚਾ ਹੋਵੇਗਾ ਉਹ ਇਹ ਮੁੰਡਾ ਦੇਵੇਗਾ। ਜੇ ਇਹ ਨਹੀਂ ਦੇਵੇਗਾ ਤਾਂ ਅਸੀਂ ਜਥੇਬੰਦੀ ਦੇ ਤੌਰ 'ਤੇ ਇਕੱਠਾ ਕਰਕੇ ਗੁਰਨੇਕ ਨੂੰ ਦੇ ਦੇਵਾਂਗੇ। ਸਾਨੂੰ ਮਨਜ਼ੂਰ ਹੈ ਜੀ, ਖਰਚਾ ਯੂਨੀਅਨ ਨਹੀਂ ਮੈਂ ਕਰਾਂਗਾ। ਮੇਰੇ ਪਿਤਾ ਜੀ ਨੇ ਛਾਤੀ ਉੱਤੇ ਹੱਥ ਮਾਰ ਕੇ ਆਖਿਆ। ਇਹ ਗੱਲ ਸੁਣ ਕੇ ਦੂਜੀ ਧਿਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਇਸ ਤਜਵੀਜ਼ ਦਾ ਵਿਰੋਧ ਕਰਨ ਲੱਗ ਪਏ। ਬਲਵੰਤ ਮਖੂ ਨੇ ਉਹਨਾਂ ਨੂੰ ਚੁੱਪ ਕਰਵਾਇਆ ਅਤੇ ਉਹਨਾਂ ਦੀ ਹਮਾਇਤ ਵਿੱਚ ਆਏ ਬੰਦਿਆਂ ਨੂੰ ਸੰਬੋਧਿਤ ਹੁੰਦੇ ਹੋਏ ਆਖਿਆ, ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਤੁਸੀਂ ਗਲਤ ਬੰਦੇ ਦੀ ਮਦਦ ਕਰਨ ਆਏ ਹੋ, ਇਸ ਲਈ ਆਪਣੀ ਫੋਕੀ ਹਿੰਡ ਛੱਡ ਦੇਵੋ। ਜੇ ਤੁਸੀਂ ਨਜਾਇਜ਼ ਕਬਜ਼ਾ ਢਵਾ ਨਹੀਂ ਸਕਦੇ ਤਾਂ ਤੁਸੀਂ ਜਾਇਜ਼ ਨੂੰ ਰੋਕਣ ਵਾਲੇ ਕੌਣ ਹੁੰਦੇ ਹੋ? ਜੇ ਤੁਸੀਂ ਅੱਜ ਇਸ ਝਗੜੇ ਦਾ ਹੁਣੇ ਨਿਬੇੜਾ ਕਰਦੇ ਹੋ ਤਾਂ ਮੈਂ ਆਪਣੇ ਤੌਰ 'ਤੇ 1 ਫੁੱਟ ਜਗ੍ਹਾ ਇਹਨਾਂ ਤੋਂ ਛੁਡਵਾ ਦੇਵਾਂਗਾ। ਇੰਨਾ ਕੁ ਮਾਣ ਹੈ ਮੈਨੂੰ ਇਹਨਾਂ 'ਤੇ, ਇਹ ਮੇਰੀ ਗੱਲ ਮੋੜਨਗੇ ਨਹੀਂ। ਮੈਂ ਅੰਕਲ ਦੀ ਇਸ ਮਾਣ ਵਾਲੀ ਗੱਲ 'ਤੇ ਫੁੱਲ ਚੜ੍ਹਾਉਣ ਹਿੱਤ ਉਸ ਦੀ ਤਾਈਦ ਕਰ ਦਿੱਤੀ। ਦੂਜੀ ਧਿਰ ਨੂੰ ਕੋਈ ਵੀ ਤਰਕ ਸੰਗਤ ਗੱਲ ਨਹੀਂ ਸੁੱਝ ਰਹੀ ਸੀ ਅਤੇ ਉਹ ਤਾਂ ਸਿਰਫ ਹੋ ਹੱਲਾ ਕਰਕੇ ਹੀ ਸਾਨੂੰ ਦਬਕਾਉਣਾ ਅਤੇ ਦਬਾਉਣਾ ਚਾਹੁੰਦੇ ਸਨ। ਪਰ ਸਾਡੀਆਂ ਸੱਚ ਭਰੀਆਂ ਦਲੀਲਾਂ ਅੱਗੇ ਉਹਨਾਂ ਦੇ ਮਨਸੂਬੇ ਸਫਲ ਨਹੀਂ ਹੋ ਰਹੇ ਸਨ। ਘੰਟਾ ਭਰ ਘੈਂਸ ਘੈਂਸ ਹੁੰਦੀ ਰਹੀ ਅਤੇ ਗੱਲ ਫਿਰ ਰੌਲੇ ਵਿੱਚ ਹੀ ਪੈ ਚੁੱਕੀ ਸੀ। ਜ਼ਿਆਦਾ ਵਿਧਾਨ ਵੱਧਦਾ ਵੇਖ ਕੇ MC ਸੁਰਜੀਤ ਸਿੰਘ ਨੇ ਆਖਿਆ ਕਿ ਮੈਨੂੰ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਘੋਖਣ ਅਤੇ ਫੈਸਲਾ ਕਰਨ ਲਈ ਕੁਝ ਸਮਾਂ ਚਾਹੀਦਾ ਹੈ। ਮੈਂ ਦੋਵਾਂ ਧਿਰਾਂ ਨਾਲ ਉਹਨਾਂ ਦੇ ਘਰ ਜਾ ਕੇ ਗੱਲ ਕਰਾਂਗਾ। ਕਿਰਪਾ ਕਰਕੇ ਮੈਨੂੰ 1-2 ਦਿਨ ਦਾ ਸਮਾਂ ਦੇ ਦਿਓ, ਮੈਂ ਆਪੇ ਮਸਲੇ ਨੂੰ ਹੱਲ ਕਰਵਾ ਦੇਵਾਂਗਾ। ਹੁਣ ਇਸ ਤਰ੍ਹਾਂ ਇਕੱਠ ਨਹੀਂ ਕਰਨਾ, ਸਿਰਫ ਦੋਵੇਂ ਮੁੱਖ ਪਰਿਵਾਰਾਂ ਨਾਲ ਹੀ ਗੱਲਬਾਤ ਕੀਤੀ ਜਾਵੇਗੀ। ਇਸ ਲਈ ਹੋਰ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ। ਸਭ ਇਸ ਰਾਏ ਨਾਲ ਰਾਜ਼ੀ ਹੋ ਗਏ ਅਤੇ ਉੱਠ ਕੇ ਉਸ ਦੇ ਘਰ ਤੋਂ ਬਾਹਰ ਆ ਗਏ। ਕੁਝ ਸਮਾਂ ਦੋਵੇਂ ਧਿਰਾਂ ਗਲੀ ਵਿੱਚ ਟੋਲੀਆਂ ਬਣਾ ਕੇ ਆਪਣੀ ਅਗਲੀ ਰਣਨੀਤੀ ਤੈਅ ਕਰਨ ਵਿੱਚ ਲੱਗੀਆਂ ਰਹੀਆਂ। ਅਸੀਂ ਸਭ ਨੂੰ ਘਰ ਆ ਕੇ ਰੋਟੀ ਪਾਣੀ ਛਕਣ ਅਤੇ ਪੈਗ ਲਾਉਣ ਦੀ ਸੁਲਾਹ ਮਾਰੀ, ਪਰ ਸਭ ਨੇ ਹੀ ਧੰਨਵਾਦੀ ਨਾਂਹ ਕਰ ਦਿੱਤੀ ਅਤੇ ਕੁਝ ਦੇਰ ਬਾਅਦ ਸਭ ਆਪੋ ਆਪਣੇ ਘਰਾਂ ਨੂੰ ਤੁਰ ਪਏ। ਕਿਸ਼ਤ 218ਵੀਂ। ਘਰ ਆ ਕੇ ਵੀ ਅਸੀਂ ਇਸ ਸਾਰੀ ਹੋਈ ਗੱਲਬਾਤ ਦੇ ਅਰਥ ਕੱਢਦੇ ਰਹੇ। ਸਾਨੂੰ ਇੱਕ ਤਸੱਲੀ ਤਾਂ ਇਹ ਹੋਈ ਕਿ ਦੂਜੀ ਧਿਰ ਕੋਲ ਕੋਈ ਵੀ ਤਰਕ ਨਹੀਂ ਸੀ ਅਤੇ ਉਹਨਾਂ ਦੇ ਨਾਲ ਆਏ ਮੁਹੱਲੇ ਦੇ ਸਭ ਬੰਦਿਆਂ ਨੂੰ ਸੱਚਾਈ ਦਾ ਪਤਾ ਸੀ ਅਤੇ ਇਹ ਗਿਆਨ ਹੋਣ ਦੇ ਬਾਵਜੂਦ ਉਹ ਕੇਵਲ ਮੂੰਹ ਮੁਲਾਜ਼ੇ ਕਾਰਨ ਹੀ ਉਹਨਾਂ ਨਾਲ ਆਏ ਸਨ। ਇਸ ਗੱਲ ਦਾ ਪੱਕਾ ਯਕੀਨ ਸਾਨੂੰ ਉਦੋਂ ਹੋ ਗਿਆ ਜਦ ਉਹਨਾਂ ਨਾਲ ਤੁਰਨ ਵਾਲਿਆਂ ਵਿੱਚੋਂ ਕਈਆਂ ਨੇ ਸਾਨੂੰ ਫੋਨ ਕਰਕੇ ਇਸ ਗੱਲ ਦਾ ਅਫਸੋਸ ਜ਼ਾਹਿਰ ਕੀਤਾ ਸੀ ਕਿ ਉਹ ਤਾਂ ਉਹਨਾਂ ਨੂੰ ਧੱਕੇ ਨਾਲ ਹੀ ਉੱਥੇ ਲੈ ਕੇ ਗਏ ਸਨ। ਸਾਨੂੰ ਪਹਿਲਾਂ ਵੀ ਪਤਾ ਸੀ, ਪਰ ਅੱਜ ਤਾਂ ਸਾਰੀ ਸੱਚਾਈ ਦਾ ਹੀ ਪਤਾ ਲੱਗ ਗਿਆ ਸੀ। 1-2 ਨੂੰ ਤਾਂ SSP ਦਫ਼ਤਰ ਵਿੱਚ ਕੋਈ ਦਫ਼ਤਰੀ ਕੰਮਕਾਰ ਸੀ, ਜਿਸ ਕਰਕੇ ਉਹ ਜਪਨਾਮ ਦੇ ਆਖੇ ਹੀ ਗਏ ਸਨ। ਉਹ ਅੱਗੇ ਤੋਂ ਉਹਨਾਂ ਦੇ ਨਾਲ ਨਾ ਤੁਰਨ ਦੀ ਗੱਲ ਵੀ ਆਖ ਰਹੇ ਸਨ। ਇਹਨਾਂ ਗੱਲਾਂ ਨੇ ਵੀ ਸਾਨੂੰ ਕੁਝ ਤਸੱਲੀ ਦਿੱਤੀ। ਉਹਨਾਂ ਦੀਆਂ ਗੱਲਾਂ ਵਿੱਚੋਂ ਇਹ ਗੱਲ ਝਲਕ ਵੀ ਰਹੀ ਸੀ ਕਿ ਹੁਣ ਉਹ ਦੋਵੇਂ ਪੁਲਿਸ ਵਾਲੇ ਤਾਂ ਮਾਮਲੇ ਨੂੰ ਜਿਵੇਂ ਕਿਵੇਂ ਕਰਕੇ ਨਿਬੇੜਨਾ ਚਾਹੁੰਦੇ ਸਨ। ਉਹਨਾਂ ਦੀ ਹਾਲਤ ਤਾਂ
ਖਸਿਆਣੀ ਬਿੱਲੀ ਖੰਭਾ ਨੋਚੇ ਵਾਲੀ ਹੋਈ ਪਈ ਸੀ, ਪਰ ਗਰਨੇਕ ਦੀ ਧੌਣ ਵਿੱਚ ਅਜੇ ਵੀ ਕਿੱਲਾ ਅੜਿਆ ਹੋਇਆ ਸੀ। ਉਸ ਦੀ ਇੱਕ ਗੱਲ, ਜਦ ਅਦਾਲਤ ਨੇ ਸਟੇ ਦਿੱਤਾ ਹੋਇਆ ਹੈ ਤੇ ਆਪਾਂ ਕੇਸ ਨੂੰ ਚੱਲਣ ਦੇਈਏ, ਜੋ ਫੈਸਲਾ ਅਦਾਲਤ ਕਰੇਗੀ ਵੇਖ ਲਵਾਂਗੇ, ਸਾਨੂੰ ਬੜੀ ਹੀ ਚੁੱਭ ਰਹੀ ਸੀ। ਇਸ ਗੱਲ ਵਿੱਚੋਂ ਉਸ ਦੇ ਅੰਦਰਲਾ ਹੰਕਾਰ ਸਾਫ਼ ਝਲਕ ਰਿਹਾ ਸੀ। ਜਦ ਕਿਸੇ ਵਿੱਚ ਇੰਨੀ ਜ਼ਿਆਦਾ ਆਕੜ ਆ ਜਾਵੇ ਤਾਂ ਉਸ ਦਾ ਕੀਤਾ ਵੀ ਕੀ ਜਾ ਸਕਦਾ ਹੈ। ਹੁਣ ਅਸੀਂ ਉਸ ਦੀ ਸ਼ਿਕਾਇਤ ਸੂਬੇ ਦੀ ਸਭ ਤੋਂ ਵੱਡੀ ਅਥਾਰਟੀ ਨੂੰ ਕਰ ਚੁੱਕੇ ਸਾਂ। ਸ਼ਾਇਦ ਇਸ ਦਾ ਵੀ ਉਸ ਉੱਪਰ ਕੋਈ ਵੀ ਅਸਰ ਨਹੀਂ ਸੀ ਹੋਇਆ। ਅਜਿਹੀ ਸਥਿਤੀ ਵਿੱਚ ਅਸੀਂ ਵੀ ਲਾਚਾਰ ਹੋਏ ਪਏ ਸਾਂ। ਇੱਕ ਦਿਨ ਪਾਰਕ ਵਿੱਚ ਸੈਰ ਕਰਦਿਆਂ ਨੂੰ ਸਰਜੀਤ ਸਿੰਘ ਮੈਨੂੰ ਮਿਲ ਪਿਆ। ਰਸਮੀ ਜਿਹੀਆਂ ਗੱਲਾਂ ਤੋਂ ਬਾਅਦ ਉਹ ਦੱਸਣ ਲੱਗ ਪਿਆ, ਮੈਂ ਗਰਨੇਕ ਨਾਲ ਗੱਲ ਕੀਤੀ ਸੀ, ਪਰ ਉਹ ਤੁਹਾਡੀ ਸਾਰੀ ਜਗ੍ਹਾ ਗਲੀ ਵਿੱਚ ਛਡਵਾਉਣ ਲਈ ਬਜਾਇਦ ਹੈ। ਇਸ ਲਈ ਮੈਂ ਤੁਹਾਡੇ ਕੋਲ ਦੁਬਾਰਾ ਨਹੀਂ ਆਇਆ। ਉਸ ਦੀ ਸੂਈ ਤਾਂ ਇੱਕੋ ਗੱਲ 'ਤੇ ਅੜੀ ਹੋਈ ਆ ਕਿ ਅਦਾਲਤ ਜੋ ਵੀ ਫੈਸਲਾ ਕਰੇਗੀ ਉਹ ਮੈਨੂੰ ਮਨਜ਼ੂਰ ਹੋਊਗਾ, ਪਰ ਇਸ ਤਰ੍ਹਾਂ ਉਹਨਾਂ ਨੂੰ ਜਗ੍ਹਾ ਨਹੀਂ ਬਣਨ ਦੇਵਾਂਗਾ। ਤੁਸੀਂ ਉਸ ਨੂੰ ਇਹ ਨਹੀਂ ਪੁੱਛਿਆ ਕਿ ਤੇਰੀ ਵੀ ਅੱਧੀ ਤੋਂ ਵੱਧ ਗਲੀ ਨੱਪੀ ਹੋਈ ਹੈ? ਮੈਂ ਸ਼ਿਕਵੇ ਨਾਲ ਆਖਿਆ ਸੀ। ਉਹ ਮੈਨੂੰ ਸਮਝਾਉਣ ਦੇ ਹਿੱਤ ਬੋਲਿਆ। ਮੈਂ ਤਾਂ ਆਖਿਆ ਸੀ, ਪਰ ਉਹ ਆਖਣ ਲੱਗਾ ਕਿ ਜੇ ਕਿਸੇ ਵਿੱਚ ਹਿੰਮਤ ਆ ਤਾਂ ਮੇਰੇ ਤੋਂ ਛਡਵਾ ਲਵੋ। ਹੁਣ ਦੱਸੋ ਮੈਂ ਕੀ ਕਰ ਸਕਦਾ ਯਾਰ, ਇਸ ਲਈ ਮੈਂ ਨਹੀਂ ਆਇਆ। ਚਲੋ ਜੀ ਠੀਕ ਹੈ, ਅਸੀਂ ਮੁਕੱਦਮਾ ਲੜ ਲਵਾਂਗੇ, ਕੋਈ ਗੱਲ ਨਹੀਂ, ਪਰ ਉਸ ਨੂੰ ਮੇਰਾ ਸੁਨੇਹਾ ਜ਼ਰੂਰ ਦੇ ਦਿਓ ਕਿ ਸਾਡੀ ਕੀਤੀ ਹੋਈ ਕਾਨੂੰਨੀ ਕਾਰਵਾਈ ਤੋਂ ਭੱਜੇ ਨਾ, ਸਾਹਮਣੇ ਹੋ ਕੇ ਲੜੇ, ਫੇਰ ਹੀ ਨਜ਼ਾਰਾ ਆਵੇਗਾ। ਮੈਂ ਖਿੱਝ ਕੇ ਆਖਿਆ, ਨਹੀਂ ਛੋਟੇ ਵੀਰ, ਆਪਾਂ ਗੱਲ ਵਧਾਉਣੀ ਨਹੀਂ, ਮਸਲਾ ਹੱਲ ਹੀ ਕਰਨਾ। ਮੈਂ ਇੱਕ ਵਾਰ ਫਿਰ ਗਰਨੇਕ ਨੂੰ ਸਮਝਾ ਕੇ ਵੇਖਾਂਗਾ। ਉਹ ਬੜੀ ਨਿਮਰਤਾ ਨਾਲ ਬੋਲਿਆ ਸੀ। ਕਿਸ਼ਤ 219ਵੀਂ। ਸ਼ਾਇਦ ਉਹ ਮੇਰੀ ਦਿੱਤੀ ਹੋਈ ਧਮਕੀ ਨੂੰ ਸਮਝ ਗਿਆ ਸੀ ਤੇ ਮੁਹੱਲੇ ਦਾ MC ਹੋਣ ਕਰਕੇ ਮਸਲੇ ਨੂੰ ਜਲਦੀ ਤੇ ਸਹੀ ਢੰਗ ਨਾਲ ਨਿਬੇੜਨਾ ਚਾਹੁੰਦਾ ਸੀ। ਮੈਂ ਕਿਹੜਾ ਇਸ ਮਸਲੇ ਨੂੰ ਵਧਾ ਕੇ ਰਾਜੀ ਸਾਂ। ਮੈਨੂੰ ਪਤਾ ਸੀ ਕਿ ਜੇ ਇਸ ਮਸਲੇ ਦਾ ਹੋਰ ਜ਼ਿਆਦਾ ਖਿਲਾਰਾ ਪੈ ਗਿਆ ਤਾਂ ਦੋਵਾਂ ਪੁਲਿਸ ਵਾਲਿਆਂ ਦੀ ਨੌਕਰੀ ਤਾਂ ਜਾਣੀ ਹੀ ਜਾਣੀ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਜੇਲ੍ਹ ਵੀ ਪੱਕੀ ਹੋ ਜਾਣੀ ਸੀ। ਗੁਰਨੇਕ ਦਾ ਘਰ ਤੁਰੰਤ ਢਹਿਣਾ ਤਾਂ ਬੇਸ਼ੱਕ ਪੱਕਾ ਨਹੀਂ ਸੀ, ਪਰ ਕਈ ਸਾਲਾਂ ਦੀ ਲੰਮੀ ਕਾਨੂੰਨੀ ਲੜਾਈ ਤੋਂ ਬਾਅਦ ਇਹ ਢਹਿਣਾ ਹੀ ਢਹਿਣਾ ਸੀ। ਮੈਂ ਆਪਣੀ ਸੋਚ ਮੁਤਾਬਕ ਹੀ ਸੋਚ ਰਿਹਾ ਸਾਂ ਕਿ ਇਹਨਾਂ ਦੁਸ਼ਟਾਂ ਦਾ ਅੰਤ ਮੇਰੇ ਹੱਥੋਂ ਨਾ ਹੋਵੇ ਤੇ ਇਹ ਆਪਣੇ ਕੁਕਰਮਾਂ ਦੇ ਬੋਝ ਹੇਠ ਆਪ ਹੀ ਦਬ ਜਾਣ। ਸ਼ਾਇਦ ਇਹ ਧਾਰਨਾ ਅਸਲੀ ਜੁਝਾਰੂ ਬੰਦਿਆਂ ਵਾਲੀ ਨਹੀਂ ਸੀ। ਜ਼ੁਲਮ ਦਾ ਨਾਸ਼ ਕਰਨ ਲਈ ਬੰਦੇ ਨੂੰ ਹਥਿਆਰ ਉਠਾਉਣੇ ਹੀ ਪੈਂਦੇ ਹਨ। ਮੈਂ ਇਤਿਹਾਸ ਦਾ ਵਿਦਿਆਰਥੀ ਅਤੇ ਅਧਿਆਪਕ ਹੋਣ ਦੇ ਨਾਤੇ ਪਿੱਛੇ ਵੱਲ ਨਜ਼ਰ ਮਾਰੀ। ਇੱਕਦਮ ਮੇਰੀਆਂ ਨਜ਼ਰਾਂ ਸਾਹਮਣੇ ਬਹੁਤ ਕੁਝ ਘੁੰਮ ਗਿਆ। ਮੈਂ ਸੋਚ ਰਿਹਾ ਸਾਂ ਕਿ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਅਤੇ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨਾਲ ਟੱਕਰ ਕਿਉਂ ਲੈਣੀ ਪਈ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਰੀ ਉਮਰ ਜ਼ੁਲਮ ਦੇ ਵਿਰੁੱਧ ਲੜਾਈ ਲੜਦਿਆਂ ਹੀ ਲੰਘ ਗਈ। ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼ਮਈ ਜੀਵਨ ਵੀ ਮੇਰੀ ਸੋਚ 'ਤੇ ਭਾਰੂ ਹੋ ਜਾਂਦਾ। ਮੈਂ ਸੋਚ ਰਿਹਾ ਸਾਂ ਕਿ ਉਹਨਾਂ ਨੂੰ ਆਪਣਾ ਸਾਰਾ ਸਰਬੰਸ ਅਤੇ ਪਿਆਰੇ ਸਿੱਖ ਵਾਰਨ ਦੀ ਕੀ ਲੋੜ ਸੀ। ਉਹਨਾਂ ਵੱਲੋਂ ਇਹ ਹਕੂਮਤੀ ਧਿਰ ਦੁਆਰਾ ਕੀਤੇ ਜਾ ਰਹੇ ਜ਼ੁਲਮਾਂ ਦੇ ਵਿਰੁੱਧ ਤਲਵਾਰ ਚੁੱਕਣ ਵਾਲਾ ਕਰਮ ਹੀ ਸੀ। ਬੰਦਾ ਬਹਾਦਰ ਨੂੰ ਮੌਜ ਮਸਤੀ ਵਾਲੀ ਸਾਦਗਿਰੀ ਛੱਡ ਕੇ ਅਜਿਹੀਆਂ ਮੁਸੀਬਤਾਂ ਵਿੱਚ ਪੈਣ ਦੀ ਕੀ ਲੋੜ ਸੀ। ਸੋਚਦਿਆਂ ਸੋਚਦਿਆਂ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਸੁਭਾਸ਼ ਚੰਦਰ ਬੋਸ ਤੇ ਜੁਝਾਰੂ ਧਿਰ ਨਾਲ ਜੁੜੇ ਹੋਏ ਹੋਰ ਸ਼ਹੀਦ
ਚੇਤੇ ਆਉਂਦੇ ਰਹਿੰਦੇ। ਲੰਬੇ ਚਿਤਵਨ ਤੋਂ ਬਾਅਦ ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆ ਰਿਹਾ ਸੀ ਕਿ ਮੈਂ ਇੱਕ ਜੁਝਾਰੂ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਦੁਸ਼ਟਾਂ ਦਾ ਪਹਿਲੇ ਹੱਲੇ ਹੀ ਨਾਸ਼ ਕਰਨ ਦੀ ਬਜਾਏ ਗਾਂਧੀਵਾਦੀ ਸਿਧਾਂਤਾਂ 'ਤੇ ਚੱਲਦਾ ਹੋਇਆ, ਜਿਵੇਂ ਕਿ ਉਸ ਦੇ ਕਿਸੇ ਵੱਲੋਂ ਚਪੇੜ ਮਾਰਨ 'ਤੇ ਆਪਣੀ ਦੂਜੀ ਗੱਲ ਵੀ ਉਸ ਦੇ ਅੱਗੇ ਕਰ ਦਿੱਤੀ ਗਈ ਸੀ, ਵਾਂਗ ਉਹਨਾਂ ਨਾਲ ਬਹੁਤ ਹੀ ਨਰਮੀ ਨਾਲ ਪੇਸ਼ ਆ ਰਿਹਾ ਸਾਂ ਅਤੇ ਉਹਨਾਂ ਨੂੰ ਵਾਰ-ਵਾਰ ਸੁਧਰਨ ਦਾ ਮੌਕਾ ਦੇਈ ਜਾ ਰਿਹਾ ਸਾਂ। ਮੇਰੀ ਮਾਨਸਿਕ ਹਾਲਤ ਬੜੀ ਹੀ ਅਜੀਬੋ-ਗਰੀਬ ਬਣ ਚੁੱਕੀ ਸੀ, ਕਿਉਂਕਿ ਜੁਝਾਰਵਾਦੀ ਸਿਧਾਂਤਾਂ ਮੁਤਾਬਕ ਤਾਂ ਮੈਂ ਦੂਜੀ ਧਿਰ ਦਾ ਅੰਤ ਕੁਝ ਹੀ ਪਲਾਂ ਵਿੱਚ ਕਰ ਸਕਦਾ ਸਾਂ, ਪਰ ਮੇਰੀ ਅਖੌਤੀ ਸੋਚ ਅਜੇ ਵੀ ਦੂਜੀ ਧਿਰ ਨੂੰ ਸੁਧਰ ਜਾਣ ਦਾ ਮੌਕੇ 'ਤੇ ਮੌਕਾ ਦੇਈ ਜਾ ਰਿਹਾ ਸਾਂ। ਮੇਰੀ ਸਮਝ 'ਚ ਨਹੀਂ ਸੀ ਆ ਰਿਹਾ ਕਿ ਜਿਨ੍ਹਾਂ ਬੰਦਿਆਂ ਨੇ ਮੈਨੂੰ ਆਤਮ ਹੱਤਿਆ ਕਰ ਲੈਣ ਦੀ ਨੌਬਤ ਤੀਕਰ ਪਹੁੰਚਾ ਦਿੱਤਾ ਸੀ, ਅੱਜ ਤੱਕ ਮੈਂ ਲਗਾਤਾਰ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਏ ਬਾਬਤ ਹੀ ਸੋਚ ਰਿਹਾ ਸਾਂ। ਇਹ ਕਿਸ ਤਰ੍ਹਾਂ ਦੀ ਸੋਚ ਸੀ? ਉਹ ਮੈਨੂੰ ਬੇਵਜ੍ਹਾ ਮੁਕੱਦਮਿਆਂ 'ਚ ਉਲਝਾ ਕੇ ਤੰਗ ਪਰੇਸ਼ਾਨ ਕਰ ਰਹੇ ਸਨ ਤੇ ਮੈਂ ਉਹਨਾਂ ਦਾ ਭਲਾ ਲੋੜ ਰਿਹਾ ਸਾਂ। ਕਿਸ਼ਤ 220ਵੀਂ। ਇਹਨਾਂ ਸਭ ਘਟਨਾਵਾਂ ਤੋਂ ਬਾਅਦ ਮੈਂ ਆਪਣੇ ਆਪ ਨੂੰ ਜੁਝਾਰੂ ਨਾ ਸਮਝ ਕੇ ਇੱਕ ਗਾਂਧੀਵਾਦੀ ਸਮਝਣਾ ਜ਼ਰੂਰ ਸ਼ੁਰੂ ਕਰ ਦਿੱਤਾ ਸੀ। ਜੇ ਮੈਂ ਪੱਕਾ ਜੁਝਾਰਵਾਦੀ ਹੁੰਦਾ ਤਾਂ ਮੈਂ ਪਹਿਲੇ ਦਿਨੋਂ ਹੀ ਦੂਜੀ ਧਿਰ ਦੀਆਂ ਨਾਸਾਂ ਭੰਨ ਕੇ ਰੱਖ ਦੇਣੀਆਂ ਸਨ ਤੇ ਇਹ ਮਸਲਾ ਇੰਨਾ ਵਧਣਾ ਹੀ ਨਹੀਂ ਸੀ, ਪਰ ਕਿਉਂਕਿ ਮੈਂ ਮਨ ਦਾ ਬਹੁਤਾ ਨਰਮ ਹੋਣ ਕਰਕੇ ਵਿਰੋਧੀ ਧਿਰ ਦੇ ਹੌਸਲੇ ਵੱਧਦੇ ਹੀ ਵੱਧਦੇ ਗਏ ਸਨ। ਮੈਂ ਆਪਣੀ ਕੁਝ ਜਗ੍ਹਾ ਲਈ ਕਿਸੇ ਦਾ ਵੀ ਨੁਕਸਾਨ ਨਾ ਕਰਨ ਦੀ ਨੀਤੀ 'ਤੇ ਹੀ ਅੜਿਆ ਰਿਹਾ ਸਾਂ। ਸ਼ਾਇਦ ਇਸੇ ਕਰਕੇ ਸਾਰੇ ਪਰਿਵਾਰ ਨੂੰ ਇਹ ਸਭ ਦੁੱਖ ਭੋਗਣ ਲਈ ਮਜਬੂਰ ਹੋਣਾ ਪਿਆ ਸੀ। ਹੁਣ ਮੈਨੂੰ ਅਫਸੋਸ ਵੀ ਹੋ ਰਿਹਾ ਸੀ ਕਿ ਮੈਂ ਅਜਿਹਾ ਕਿਉਂ ਹਾਂ, ਪਰ ਕੁਦਰਤ ਦੁਆਰਾ ਮੈਨੂੰ ਅਜਿਹਾ ਸੁਭਾਅ ਬਖਸ਼ਿਆ ਗਿਆ ਸੀ ਕਿ ਇਸ ਵਿੱਚ ਕੋਈ ਵੀ ਕੁਝ ਨਹੀਂ ਸੀ ਕਰ ਸਕਦਾ। ਮੈਨੂੰ ਆਪਣਾ ਉਹ ਸੁਭਾਅ ਵੀ ਚੇਤੇ ਆਉਣ ਲੱਗ ਪੈਂਦਾ ਜਦ ਸ਼ਹਿਰ ਦੇ ਇੱਕ ਅਮੀਰ ਅਤੇ ਚੰਗੀ ਸਿਆਸੀ ਪਹੁੰਚ ਵਾਲੇ ਜ਼ਿਮੀਂਦਾਰ ਨੇ ਮੇਰੇ ਵੱਡੇ ਭਰਾ ਯਾਦਵਿੰਦਰ ਦੇ ਘਰ ਵਾਲੀ ਗਲੀ ਵਿੱਚੋਂ JCB ਮਸ਼ੀਨ ਲਾ ਕੇ ਅੱਧੀ ਗਲੀ ਰੋਕਣੀ ਸ਼ੁਰੂ ਕਰ ਦਿੱਤੀ ਸੀ। 2-3 ਦਿਨ ਤੱਕ ਉਹ ਹਰ ਦਰਵਾਜ਼ੇ ਦੇ ਅੱਗੋਂ ਮਿੱਟੀ ਪੁੱਟ ਕੇ ਆਪਣੇ ਖੇਤ ਵੱਲ ਖਿਲਾਰ ਲੈਂਦਾ ਸੀ ਤੇ ਗਲੀ 'ਤੇ ਕਬਜ਼ਾ ਕਰਦਾ ਜਾ ਰਿਹਾ ਸੀ। ਜਦ ਉਹ ਹਰ ਰੋਜ਼ ਅੱਗੇ ਦੀ ਅੱਗੇ ਵੱਧਦਾ ਮੇਰੇ ਭਰਾ ਦੇ ਦਰਵਾਜ਼ੇ ਤੱਕ ਪੁੱਜ ਗਿਆ ਤਾਂ ਮੇਰਾ ਤੇ ਯਾਦਵਿੰਦਰ ਦਾ ਖੂਨ ਖੌਲ ਉੱਠਿਆ ਸੀ। ਅਸੀਂ ਦੋਵਾਂ ਨੇ ਹੀ ਉਸ ਨੂੰ ਜਾ ਲਲਕਾਰਿਆ ਸੀ। ਸਾਡੀ ਲਲਕਾਰ ਸੁਣ ਕੇ ਮੁਹੱਲੇ ਦੇ ਲੋਕ ਵੀ ਇਕੱਠੇ ਹੋ ਗਏ ਸਨ ਅਤੇ ਅਸੀਂ ਉਸ ਨੂੰ ਘੇਰ ਲਿਆ ਸੀ। ਇਹ ਲੜਾਈ ਹਥਿਆਰਾਂ ਤੱਕ ਵੀ ਪੁੱਜ ਗਈ ਸੀ ਤੇ ਅਸੀਂ ਉਸ ਨੂੰ ਇੰਨਾ ਜ਼ਿਆਦਾ ਭਜਾਇਆ ਸੀ ਕਿ ਉਸ ਨੂੰ ਆਪਣੇ ਖੇਤ ਵਿੱਚੋਂ ਨਿਕਲਣ ਲਈ ਪੁਲਿਸ ਦਾ ਸਹਾਰਾ ਲੈਣਾ ਪਿਆ ਸੀ। ਜੇ ਅਸੀਂ ਉਸ ਜਗ੍ਹਾ 'ਤੇ ਗਲਤ ਹੁੰਦੇ ਤਾਂ ਉਸ ਚੱਲਦੇ ਪੁਰਜੇ ਵੱਡੇ ਆਦਮੀ ਨੇ ਸਾਡੇ ਦੋਵਾਂ ਭਰਾਵਾਂ 'ਤੇ ਅਜਿਹੇ ਮੁਕੱਦਮੇ ਚਲਵਾ ਦੇਣੇ ਸਨ ਕਿ ਅਸੀਂ ਸਾਰੀ ਜ਼ਿੰਦਗੀ ਹੀ ਉਹਨਾਂ ਤੋਂ ਖਹਿੜਾ ਨਹੀਂ ਸੀ ਛੁਡਵਾ ਸਕਣਾ। ਅਸੀਂ ਗਲੀ ਵਾਲੀ ਥਾਂ 'ਤੇ ਨਜਾਇਜ਼ ਕਬਜ਼ਾ ਕਰਨ ਨਹੀਂ ਸੀ ਦਿੱਤਾ ਤੇ ਉਸ ਦੁਆਰਾ ਨੱਪੀ ਹੋਈ ਗਲੀ ਦਾ ਕਬਜ਼ਾ ਵੀ ਉਸ ਤੋਂ ਛੁਡਵਾ ਕੇ ਉਸ ਤੋਂ ਹੀ ਭਰਤੀ ਪਵਾਈ ਸੀ। ਦੂਜੀ ਘਟਨਾ ਵੀ ਯਾਦ ਆ ਰਹੀ ਸੀ ਕਿ ਜਦ ਸਾਡੇ ਸਾਂਝੇ ਪਰਿਵਾਰ ਵਿੱਚ ਜੀਅ ਵੱਧ ਰਹੇ ਸਨ ਤੇ ਘਰ ਦੀ ਜਗ੍ਹਾ ਘਟ ਰਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ ਤਾਂ ਉਨ੍ਹਾਂ ਹੀ ਦਿਨਾਂ ਵਿੱਚ ਸਾਡੇ ਜੱਦੀ ਘਰ ਦੇ ਨਾਲ ਪਈ 10-12 ਮਰਲੇ ਬਚਤ ਦੀ ਜਗ੍ਹਾ 'ਤੇ ਪਰਲੇ ਪਾਸੇ ਵਾਲੇ ਗੁਆਂਢੀ ਦੀ ਨਿਗਾਹ ਆ ਪਈ ਸੀ। ਇਹ ਜਗ੍ਹਾ ਦੋਵਾਂ ਘਰਾਂ ਨੂੰ ਹੀ ਲੱਗਦੀ ਸੀ, ਇਸ ਲਈ
ਇਸ ਦੇ ਦੋਵੇਂ ਹੀ ਦਾਅਵੇਦਾਰ ਬਣ ਸਕਦੇ ਸਨ। ਇੱਕ ਸ਼ਾਮ ਪਰਲੇ ਘਰ ਦਾ ਮਾਲਕ ਸਾਡੇ ਘਰ ਆਇਆ ਅਤੇ ਵਿਚਕਾਰ ਵਾਲੀ ਜਗ੍ਹਾ ਨੂੰ ਅੱਧੋ ਅੱਧ ਕਰਕੇ ਵਲ ਲੈਣ ਲਈ ਆਖਣ ਲੱਗ ਪਿਆ ਸੀ। ਸ਼ਾਇਦ ਉਹ ਸਾਡਾ ਮੂੰਹ ਸੁੰਘਣ ਹੀ ਆਇਆ ਸੀ। ਅਸੀਂ ਉਸ ਨੂੰ ਕੋਰਾ ਜਵਾਬ ਦੇ ਦਿੱਤਾ ਸੀ ਕਿ ਅਸੀਂ ਆਪਣੀ ਹੱਕ ਸੱਚ ਦੀ ਕਮਾਈ ਖਾਣ ਵਾਲੇ ਬੰਦੇ ਹਾਂ ਤੇ ਇਹੋ ਜਿਹੀ ਜਗ੍ਹਾ ਉੱਤੇ ਥੁੱਕਦੇ ਵੀ ਨਹੀਂ। ਫਿਰ ਉਹ ਮਿਹਨਤ ਜਿਹੀ ਕਰਨ ਲੱਗ ਪਿਆ ਸੀ ਕਿ ਜੇ ਤੁਸੀਂ ਇਤਰਾਜ਼ ਨਾ ਕਰੋ ਤਾਂ ਕੀ ਉਹ ਇਸ ਜਗ੍ਹਾ ਨੂੰ ਵਲ ਲਵੇ। ਸਾਡਾ ਇਹੀ ਜਵਾਬ ਸੀ ਕਿ ਸਾਨੂੰ ਸਾਡੇ ਘਰ ਤੋਂ ਬਾਹਰ ਹੋ ਰਹੀ ਕਿਸੇ ਵੀ ਗਤੀਵਿਧੀ ਬਾਰੇ ਕੋਈ ਚਸਕਾ ਨਹੀਂ ਹੈ। ਅਸੀਂ ਆਪਣੇ ਕੰਮ ਨਾਲ ਹੀ ਵਾਸਤਾ ਰੱਖਦੇ ਹਾਂ। ਜੇ ਉਸ ਵਿੱਚ ਸਾਡਾ ਕੋਈ ਨੁਕਸਾਨ ਨਹੀਂ ਹੈ ਤਾਂ ਉਹ ਭਾਵੇਂ ਆਪਣੇ ਜ਼ੋਰ 'ਤੇ ਕੁਝ ਵੀ ਕਰਨ ਲਈ ਆਜ਼ਾਦ ਹੈ। ਸਾਡੇ ਇਸ ਨਾ ਇਤਰਾਜ਼ਗੀ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ ਅਗਲੇ ਹੀ ਦਿਨ ਸਾਰੀ ਜਗ੍ਹਾ ਉੱਤੇ ਕਬਜ਼ਾ ਕਰ ਲਿਆ ਸੀ ਤੇ ਕਿਸੇ ਵੀ ਗਲੀ ਜਾਂ ਮੁਹੱਲੇ ਵਾਲੇ ਨੇ ਇਸ ਕਬਜ਼ੇ 'ਤੇ ਇਤਰਾਜ਼ ਨਹੀਂ ਸੀ ਕੀਤਾ।